ਗੁਰਪੂਰਾ ਪੂਰੀ ਤਾਂ ਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟਲਾ। ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਂ ਕਾ ਨਸੈ। ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਂ ਕਾ ਨਸੈ। ਸੋ ਗੁਰੂ ਪਿਆਰ ਵਾਲਿਓ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਮਹਾਨ ਵਡਿਆਈ ਮਹਿਮਾ, ਗੁਰੂ ਸਾਹਿਬਾਨਾਂ ਦੇ ਇਤਿਹਾਸ ਤੇ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦੇ ਓਟ ਆਸਰੇ ਨਾਲ ਕਰ ਰਹੇ ਹਾਂ। ਆਓ ਆਰੰਭਤਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਜੋ ਗੁਰ ਸ਼ਬਦ ਗੁਰਬਾਣੀ ਵਿਚਾਰ ਵਿਆਖਿਆ ਅਸੀਂ ਆਰੰਭ ਕੀਤੀ ਹੈ। ਅੱਜ ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਵੱਲੋਂ ਜੋ ਗੁਰੂ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦਾ ਸਨਮਾਨ ਸਤਿਕਾਰ ਤੇ ਗੁਰਿਆਈ ਗੱਦੀ ਤੇ ਬਿਰਾਜਮਾਨ ਕਰਾਉਣਾ, ਉਹਦੀ ਆਪਾਂ ਵਿਚਾਰ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਵਾਇਆ ਤੇ ਸ਼੍ਰੀ ਹਰਿਮੰਦਰ ਸਾਹਿਬ ਇਹਦਾ ਪਹਿਲਾ ਪ੍ਰਕਾਸ਼ ਹੋਇਆ। ਆਪਾਂ ਵਿਚਾਰ ਕੀਤੀ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਇਸ ਪਾਵਨ ਬੀੜ ਨੂੰ ਗੁਰਿਆਈ ਗੱਦੀ ਦਿੱਤੀ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਕੋਈ ਵੀ ਸਰੀਰ ਗੁਰੂ ਨਹੀਂ ਹੋਵੇਗਾ, ਗ੍ਰੰਥ ਹੀ ਗੁਰੂ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ 1666 ਈਸਵੀ ਦੇ ਵਿੱਚ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਪ੍ਰਗਟੇ ਔਰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ 4-5 ਸਾਲ ਦਾ ਸਮਾਂ ਗੋਬਿੰਦ ਰਾਏ ਪਾਤਸ਼ਾਹ ਰਹੇ ਨੇ, ਜਿੱਥੇ ਆਪ ਜੀ ਨੇ ਬਿਹਾਰੀ, ਹਿੰਦੀ, ਗੁਰਮੁਖੀ, ਸੰਸਕ੍ਰਿਤ ਆਦਿਕ ਭਾਸ਼ਾਵਾਂ ਸਿੱਖਣੀਆਂ ਆਰੰਭ ਕੀਤੀਆਂ ਔਰ ਗੁਰੂ ਪਰਿਵਾਰ ਨੇ ਜਿਵੇਂ ਵੀ ਵਿਦਿਆ ਦੇ ਵਿੱਚ ਪਾਤਸ਼ਾਹ ਨੂੰ ਨਿਪੁੰਨ ਕਰਨ ਵਾਸਤੇ ਯਤਨ ਕੀਤਾ, ਉੱਥੇ ਨਾਲ ਨਾਲ ਗੁਰਬਾਣੀ ਦਾ ਅਧਿਐਨ, ਗੁਰਬਾਣੀ ਦਾ ਪਾਠ, ਇਹ ਵੀ ਗੋਬਿੰਦ ਰਾਏ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਨੇੜਲੇ ਸਿੱਖਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਆ ਜਾਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬੁਲਾਵੇ ਤੇ ਸਾਰਾ ਪਰਿਵਾਰ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ। ਕੁਝ ਇਤਿਹਾਸਕਾਰਾਂ ਲਿਖਿਆ ਕਿ ਜਦੋਂ ਗੋਬਿੰਦ ਰਾਏ ਪਾਤਸ਼ਾਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੇ ਨੇ ਤੇ ਨਿਤਨੇਮ ਦੀ ਬਾਣੀ ਦੇ ਵਿੱਚੋਂ ਇਹ ਪੰਕਤੀ ਗੁਰੂ ਪਾਤਸ਼ਾਹ ਨੇ ਪੜ੍ਹੀ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਆਏ। ਸਮੇਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਗੋਬਿੰਦ ਰਾਏ ਪਾਤਸ਼ਾਹ ਗੁਰਿਆਈ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਗੁਰਿਆਈ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਕੁਝ ਇਤਿਹਾਸਕਾਰਾਂ ਲਿਖਿਆ ਕਿ 1678 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ
ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਆਪ ਤਿਆਰ ਕਰਵਾਈ, ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕੀਤਾ। 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਉਸ ਤੋਂ ਬਾਅਦ ਦਾ ਜੋ ਸਮਾਂ ਹੈ 1678 ਦੇ ਵਿੱਚ ਕੁਝ ਇਤਿਹਾਸਕਾਰਾਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ 1678 ਦੇ ਵਿੱਚ ਆਨੰਦਪੁਰ ਸਾਹਿਬ ਵਿੱਚ ਜੋ ਦਮਦਮਾ ਸਾਹਿਬ ਹੈ, ਉੱਥੇ ਵੀ ਇਸ ਪਾਵਨ ਬੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ। ਪਰ ਜ਼ਿਆਦਾਤਰ ਜੋ ਪ੍ਰਚਲਿਤ ਰਵਾਇਤ ਹੈ ਉਹ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਹੈ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਦੀਵਾਨ ਸਜਿਆ ਹੋਇਆ, ਸਤਿਗੁਰੂ ਪਾਤਸ਼ਾਹ ਬੈਠੇ ਨੇ ਤੇ ਦੀਵਾਨ ਦੇ ਵਿੱਚ ਭਾਈ ਨੰਦ ਲਾਲ, ਭਾਈ ਮਨੀ ਸਿੰਘ, ਜੋ ਕਿ ਸਿੰਘ ਲਫ਼ਜ਼ ਬਾਅਦ ਵਿੱਚ ਨਾਲ ਲੱਗੇ ਨੇ, ਪਹਿਲੇ ਨਾਮ ਭਾਈ ਮਨੀ ਰਾਮ ਸੀ। ਹੋਰ ਵੀ ਬਹੁਤ ਸਾਰੇ ਵਿਦਵਾਨ ਪੁਰਸ਼ ਤੇ ਸਾਰੇ ਸ਼ਰਧਾਲੂ ਪ੍ਰੇਮੀ ਸਿੱਖ ਦਰਬਾਰ ਵਿੱਚ ਬੈਠੇ ਸਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਚਨ ਆਖਿਆ। ਕਹਿਣ ਲੱਗੇ ਵੀ ਗੁਰੂ ਦਰਬਾਰ ਵਿੱਚ ਕੋਈ ਐਸਾ ਸਿੱਖ ਹੈ ਜੋ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਤੇ ਛਲਾਂਗ ਮਾਰ ਕੇ ਘੋੜੇ ਦੀ ਸਵਾਰੀ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾ ਦੇਵੇ, ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾ ਦੇਵੇ। ਸਾਰੇ ਹੈਰਾਨ ਨੇ, ਵਿਦਵਾਨ ਜਨ ਵੀ, ਕਿ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਇੰਨੇ ਥੋੜ੍ਹੇ ਸਮੇਂ ਵਿੱਚ ਕਿਵੇਂ ਸੁਣਾਇਆ ਜਾ ਸਕਦਾ ਹੈ। ਤੇ ਇਤਿਹਾਸਕਾਰਾਂ ਲਿਖਿਆ, ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਕੋਟ ਕੀਤਾ। ਉਹ ਕਹਿੰਦੇ ਨੇ ਕਿ ਇੱਕ ਆਮ ਸਿੱਖ, ਸਧਾਰਨ ਗੁਰੂ ਘਰ ਦਾ ਸ਼ਰਧਾਲੂ, ਸੇਵਾ ਕਰਨ ਵਾਲਾ ਕੋਈ ਗੁਰਮੁਖ ਉੱਠਿਆ। ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਵੀ ਸਤਿਗੁਰੂ ਜੀ, ਤੁਹਾਡੀ ਕਿਰਪਾ ਰਹਿਮਤ ਬਖਸ਼ਿਸ਼ ਹੋਵੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਤੁਹਾਨੂੰ ਇੰਨੇ ਸਮੇਂ 'ਚ ਸੁਣਾ ਸਕਦਾ। ਗੁਰੂ ਸਾਹਿਬ ਨੇ ਹੁਕਮ ਕੀਤਾ। ਘੋੜਾ ਤਿਆਰ ਹੋ ਕੇ ਆ ਗਿਆ, ਸਿੱਖ ਲੈ ਕੇ ਆਏ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਕਾਬ ਦੇ ਵਿੱਚ ਪੈਰ ਰੱਖਿਆ ਤੇ ਨਾਲ ਹੀ ਪਲਾਕੀ ਮਾਰ ਕੇ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ ਤੇ ਉਸ ਸਿੱਖ ਨੇ ਆਖਿਆ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੇ ਟਾਈਮ ਵਿੱਚ ਸਾਹਿਬ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਔਰ ਇੰਨੇ ਹੀ ਸਮੇਂ ਵਿੱਚ ਸਿੱਖ ਨੇ ਇੰਨਾ ਪਾਠ ਜਿਹੜਾ ਉਹ ਕੀਤਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਤੋਂ ਉਤਰ ਕੇ ਉਸ ਸਿੱਖ ਨੂੰ ਗਲਵੱਕੜੀ 'ਚ ਲਿਆ, ਬਹੁਤ ਪਿਆਰ ਕੀਤਾ। ਸਿੱਖ ਸੰਗਤਾਂ ਵੀ ਇਸ ਵਿਚਾਰ ਨੂੰ ਹੋਰ ਸੋਝੀ ਗੋਚਰੇ ਕਰਨ ਵਾਸਤੇ ਬੇਨਤੀ ਕਰਦੀਆਂ ਵੀ ਪਾਤਸ਼ਾਹ ਵੀ ਇਸ ਨੇ ਬਚਨ ਤੇ ਇੱਕੋ ਹੀ ਪੜ੍ਹਿਆ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਗੁਰੂ ਗ੍ਰੰਥ ਸਾਹਿਬ ਪੂਰਾ ਤੇ ਪੜ੍ਹਿਆ ਨਹੀਂ। ਗੁਰੂ ਸਾਹਿਬ ਨੇ ਆਖਿਆ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿੱਖੀ ਦਾ ਮੂਲ ਹੈ ਕਿ ਅਕਾਲ ਪੁਰਖ ਇੱਕ ਹੈ, ਇੱਕ ਰਸ ਵਿਆਪਕ ਹੈ। ਸਤਿਗੁਰੂ ਦੀ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਫਿਰ ਜਪਜੀ ਸਾਹਿਬ ਦਾ ਵਿਸਥਾਰ ਹੈ ਔਰ ਜਪਜੀ ਸਾਹਿਬ ਦੀ ਮੂਲ ਵਿਚਾਰਧਾਰਾ, ਇੱਕ ਓੰਕਾਰ ਦੀ ਜੋ ਵਿਚਾਰਧਾਰਾ ਹੈ, ਉਹਦਾ ਫਿਰ ਸਾਰਾ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇੰਜ ਕਹਿ ਸਕਦੇ ਹਾਂ ਵੀ ਸਿੱਖ ਨੇ ਦੋ ਲਫ਼ਜ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰ ਦੀ ਗੱਲ ਕਰਨੀ ਹੋਵੇ, ਵਿਚਾਰ ਦੀ ਗੱਲ ਕਰਨੀ ਹੋਵੇ, ਉਪਦੇਸ਼ ਦੀ ਗੱਲ ਕਰਨੀ ਹੋਵੇ, ਤੇ ਉਹ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਦੀ ਵਿਚਾਰ ਹੈ, ਇੱਕ ਨਾਲ ਜੁੜਨ ਦੀ ਜੀਵਨ ਜਾਂਚ ਦੱਸੀ ਹੈ। ਜਿਹੜੇ ਜੁੜੇ ਨੇ ਉਹਨਾਂ ਦੇ ਜੀਵਨ ਦੀ ਵਿਆਖਿਆ ਕੀਤੀ ਹੈ ਔਰ ਜਿਹੜੇ ਵਿਛੜੇ ਨੇ ਉਹਨਾਂ ਦੇ ਜੀਵਨ ਦਾ ਪੱਖ ਵੀ ਸਾਹਮਣੇ ਰੱਖਿਆ। ਭਾਵ ਗੁਰੂ ਗ੍ਰੰਥ ਸਾਹਿਬ ਦਾ ਜੋ
ਮੂਲ ਸਿਧਾਂਤ ਹੈ ਉਹ ਇੱਕ ਹੈ ਤੇ ਇੱਕ ਦੀ ਫਿਰ ਸਾਰੀ ਵਿਆਖਿਆ ਹੈ। ਸੋ ਗੁਰੂ ਪਾਤਸ਼ਾਹ ਇਵੇਂ ਕੌਤਕ ਕਰਕੇ ਗੁਰਬਾਣੀ ਦਾ ਮਹਾਤਮ ਪ੍ਰਗਟ ਕਰਦੇ ਸਨ। ਇਤਿਹਾਸ ਦੇ ਵਿੱਚ ਇੱਕ ਹੋਰ ਬਹੁਤ ਪਿਆਰੀ ਵਿਚਾਰ ਹੈ ਕਿ ਗੁਰੂ ਸਾਹਿਬ ਬਿਰਾਜਮਾਨ ਸਨ। ਇੱਕ ਸਿੱਖ ਰਾਮਕਲੀ ਦੱਖਣੀ ਦੇ ਵਿੱਚੋਂ ਓਅੰਕਾਰ ਦੀ ਬਾਣੀ ਪੜ੍ਹ ਰਿਹਾ ਸੀ। ਓਅੰਕਾਰ ਦੀ ਬਾਣੀ ਦਾ ਪਾਠ ਕਰਦਿਆਂ ਜਦੋਂ ਉਸਨੇ ਬਚਨ ਪੜ੍ਹਿਆ, ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ, ਤੇ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਪਾਠ ਸ਼ੁੱਧ ਕੀਤਾ ਜਾਏ, ਬਾਣੀ ਠੀਕ ਪੜੋ। ਉਹ ਸਿੱਖ ਆਪਣੀ ਧੁਨ ਦੇ ਵਿੱਚ ਪਾਠ ਕਰ ਰਿਹਾ ਸੀ। ਉਸਨੇ ਫਿਰ ਪੰਕਤੀ ਦੁਹਰਾਈ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਤੇ ਗੁਰੂ ਸਾਹਿਬ ਨੇ ਉਸ ਸਿੱਖ ਨੂੰ ਬੁਲਾਇਆ, ਬਹੁਤ ਸਖਤ ਤਾੜਨਾ ਕੀਤੀ ਕਿ ਗੁਰਬਾਣੀ ਦਾ ਪਾਠ ਲਗ ਮਾਤਰ ਜਿਹੜੀ ਹੈ ਅਸ਼ੁੱਧ ਪੜਨ ਦੇ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। ਦਰਅਸਲ ਇਹਦਾ ਸ਼ੁੱਧ ਪਾਠ ਹੈ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ। ਅਰਥ ਇਹ ਹੈ ਕਿ ਉਸ ਕਰਤੇ ਕਰਤਾਰ ਅਕਾਲ ਪੁਰਖ ਪ੍ਰਮਾਤਮਾ ਦੀ ਜੋ ਮਿਤ, ਜੋ ਮਰਿਆਦਾ ਹੈ, ਉਹ ਜਾਂ ਤੇ ਉਹ ਆਪ ਜਾਣਦਾ ਹੈ ਤੇ ਜਾਂ ਫਿਰ ਗੁਰੂ ਸੂਰਮਾ ਜਾਣਦਾ, ਜਿਹੜਾ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੈ ਤੇ ਉਹਦਾ ਹੀ ਰੂਪ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ, ਜਾਂ ਫਿਰ ਗੁਰੂ ਸੂਰਮਾ ਜਾਣਦਾ। ਜਦੋਂ ਅਸੀਂ ਕਹਿ ਜਾਣੇ ਦੀ ਥਾਂ ਤੇ ਕੇ ਜਾਣੇ ਪੜ੍ਹ ਦਿਆਂਗੇ, ਕੱਕੇ ਲਾਵਾਂ ਕੇ ਪੜ੍ਹ ਕੇ, ਇਹਦਾ ਅਰਥ ਹੋ ਜਾਏਗਾ ਕਿ ਗੁਰੂ ਕੀ ਜਾਣਦਾ ਕਰਤੇ ਦੀ ਗੱਤ, ਭਾਵ ਅਰਥ ਦਾ ਅਨਰਥ ਹੋ ਗਿਆ। ਸੋ ਗੁਰੂ ਸਾਹਿਬ ਨੇ ਸਖਤ ਤਾੜਨਾ ਕੀਤੀ ਕਿ ਗੁਰਬਾਣੀ ਦਾ ਪਾਠ ਜਿਹੜਾ ਉਹ ਸ਼ੁੱਧ ਪੜ੍ਹਿਆ ਜਾਏ। ਜੇ ਸ਼ੁੱਧ ਬਾਣੀ ਨਹੀਂ ਆਉਂਦੀ ਤੇ ਉਸ ਦਾ ਪਾਠ ਸਿੱਖਿਆ ਜਾਏ, ਬਾਣੀ ਸ਼ੁੱਧ ਕੀਤੀ ਜਾਏ, ਜਿਸ ਦੇ ਨਾਲ ਅਰਥ ਭਾਵ ਉਚਾਰਨ ਦੇ ਭਾਵ ਵਿੱਚ ਬਿਲਕੁਲ ਸਹੀ ਹੋਵੇ ਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖ ਕਰੇ ਤੇ ਜਿਸ ਦੇ ਨਾਲ ਇਸ ਨੂੰ ਗੁਰੂ ਸਾਹਿਬ ਦੀਆਂ ਬਖਸ਼ਾਂ ਪ੍ਰਾਪਤ ਹੋਣੇ ਦਾ ਜੀਵਨ ਸਫਲਾ ਹੋਵੇ। ਸੋ ਗੁਰੂ ਸਾਹਿਬ ਇਸ ਤਰ੍ਹਾਂ ਗੁਰਬਾਣੀ ਦੀ ਮਹਿਮਾ, ਗੁਰਬਾਣੀ ਦੀ ਸ਼ੁੱਧਤਾ ਦੀ ਮਹਿਮਾ ਸਿੱਖਾਂ ਦੇ ਵਿੱਚ ਪ੍ਰਚੰਡ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਉਹ ਸਿੱਖ ਸੰਗਤਾਂ ਦੇ ਵਿੱਚ ਕਰਿਆ ਕਰਦੇ ਸਨ। ਜਦੋਂ ਜੰਗਾਂ ਯੁੱਧਾਂ ਤੋਂ ਗੁਰੂ ਪਾਤਸ਼ਾਹ ਜੀ ਵਿਹਲੇ ਹੋਏ, ਮੁਕਤਸਰ ਸਾਹਿਬ ਦੀ ਜੰਗ ਤੋਂ ਉਪਰੰਤ ਜਦੋਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੋਏ ਤੇ ਉਸ ਅਸਥਾਨ ਤੇ ਜੋ ਜ਼ਿਆਦਾ ਪ੍ਰਚਲਿਤ ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਦੇ ਕੋਲੋਂ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਲਿਖਵਾਇਆ ਤੇ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ, ਜੋ ਕਿ 59 ਸ਼ਬਦ ਹਨ ਤੇ 57 ਸ਼ਲੋਕ ਹਨ, ਉਸ ਪਾਵਨ ਬਾਣੀ ਨੂੰ ਦਰਜ ਕੀਤਾ। ਗ੍ਰੰਥ ਸਾਹਿਬ ਦੀ ਬੀੜ ਮੁਕੰਮਲ ਹੋਈ ਔਰ ਮੁਕੰਮਲ ਕਰਕੇ ਬੀੜ ਜਦੋਂ ਹੁਕਮਨਾਮਾ ਲਿਆ ਗਿਆ, ਜਿਵੇਂ ਪਹਿਲੀ ਵਾਰੀ ਦਰਬਾਰ ਸਾਹਿਬ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ, ਸੰਤਾਂ ਕੇ ਕਾਲਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਾਬੋ ਕੀ ਤਲਵੰਡੀ ਜਦੋਂ ਗ੍ਰੰਥ ਸਾਹਿਬ ਮੁਕੰਮਲ ਹੋਏ ਤੇ ਹੁਕਮਨਾਮਾ ਲਿਆ ਗਿਆ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਭਾਰੀ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। 713 ਅੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਇਹ ਪਾਵਨ ਸ਼ਬਦ ਹੈ।
ਸੋ ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਅਗਲੇ ਸਫ਼ਰ ਵਿੱਚ ਚੱਲਦੇ ਹੋਏ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਦੇ ਨੇ, ਉੱਥੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ। ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਏ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰਿਆਈ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਹੈ, ਉਸ ਸਿੱਖਾਂ ਨੇ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਪਰ ਜੇ ਸਾਡਾ ਮਨ ਚਾਹੇ ਅਸੀਂ ਆਪ ਜੀ ਨਾਲ ਬਚਨ ਵਿਲਾਸ ਕਰਨੇ ਨੇ, ਵਿਚਾਰ ਕਰਨੀ ਹੈ, ਆਪ ਜੀ ਦਾ ਦਰਸ਼ਨ ਦੇਖਣਾ ਹੈ, ਤੇ ਅਸੀਂ ਕਿੱਥੋਂ ਦੇਖੀਏ। ਤੇ ਇਤਿਹਾਸਕਾਰਾਂ ਬਚਨ ਲਿਖੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਰਸਨਾ ਤੋਂ ਬਚਨ ਆਖਿਆ ਕਿ ਮਮ ਆਗਿਆ ਸਭ ਹੀ ਸੁਣੋ, ਸਤ ਬਚਨ ਨਿਰਧਾਰ, ਗ੍ਰੰਥ ਗੁਰੂ ਸਮ ਮਾਨਿਓ, ਭੇਦ ਨ ਕੋ ਵਿਚਾਰ। ਗੁਰੂ ਗ੍ਰੰਥ ਕਲਯੁਗ ਭਇਓ, ਸ੍ਰੀ ਗੁਰੂ ਰੂਪ ਮਹਾਨ, 10 ਪਾਤਸ਼ਾਹੀਆਂ ਰੂਪ ਇਹ, ਗੁਰੂ ਗ੍ਰੰਥ ਜੀ ਜਾਨ। ਗੁਰੂ ਦਰਸ ਜਿਹ ਦੇਖਣਾ, ਸ੍ਰੀ ਗੁਰੂ ਗ੍ਰੰਥ ਦਰਸਾਏ, ਬਾਤ ਕਰਨ ਗੁਰ ਜੋ ਚਾਹੈ, ਪੜ੍ਹੈ ਗ੍ਰੰਥ ਮਨ ਲਾਏ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨੂੰ ਗੁਰਿਆਈ ਗੱਦੀ ਬਖਸ਼ੀ ਤੇ ਸਤਿਗੁਰੂ ਜੀ ਨੇ ਆਪ ਇਹ ਬਚਨ ਆਖਿਆ ਵੀ ਜਿਸ ਨੇ ਸਾਡਾ ਦਰਸ਼ਨ ਕਰਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰੇ। ਜਿਸ ਨੇ ਸਾਡੇ ਨਾਲ ਗੱਲ ਕਰਨੀ ਹੈ, ਬਚਨ ਕਰਨੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਗੁਰੂ ਕੇ ਬਚਨਾਂ ਦੀ ਵਿਚਾਰ ਦੇ ਨਾਲ ਆਪਣੀ ਸਾਂਝ ਪਾਵੇ। ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਜੋ ਗੁਰਿਆਈ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ 1708 ਦੇ ਵਿੱਚ, ਨਾਲ ਜਿਹੜੇ ਬਚਨ ਆਖੇ ਕੁਝ ਕਵਿਤਾ ਵਿੱਚ ਨੇ, ਕੁਝ ਵਾਰਤਕ ਵਿੱਚ ਲਿਖੇ ਨੇ। ਜਿਵੇਂ ਪ੍ਰਚਲਿਤ ਨੇ ਕਿ ਗੁਰੂ ਸਾਹਿਬ ਨੇ ਆਖਿਆ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਜਾਂ ਇਸ ਤਰ੍ਹਾਂ ਵੀ ਪਾਤਸ਼ਾਹ ਦਾ ਬਚਨ ਮਿਲਦਾ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸਿੱਖ ਨੇ ਪੂਜਾ ਅਕਾਲ ਦੀ ਕਰਨੀ ਹੈ ਤੇ ਉਹ ਪੂਜਾ ਅਕਾਲ ਕੀ ਕਿਵੇਂ ਹੁੰਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖਣਾ ਕਿ ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਪਰਚਾ ਸ਼ਬਦ ਕਾ, ਸਿੱਖ ਨੇ ਸ਼ਬਦ ਦੇ ਨਾਲ ਪਰਚਣਾ ਤੇ ਸ਼ਬਦ ਨਾਲ ਪਰਚਣ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਸ਼ਬਦ ਨੂੰ ਪੜ੍ਹਨਾ, ਸ਼ਬਦ ਨੂੰ ਸਮਝਣਾ, ਅਰਥ ਭਾਵ ਦੀ ਵਿਚਾਰ ਕਰਨੀ ਹੈ ਔਰ ਫਿਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ। ਇਸ ਨੂੰ ਗੁਰੂ ਸਾਹਿਬ ਨੇ ਇੰਝ ਵੀ ਆਖਿਆ ਕਿ ਪੜ੍ਹ ਬੁੱਝ ਮਨ ਵਸਾਵਣਿਆ। ਸੋ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਤੇ ਪ੍ਰਸਿੱਧ ਜੋ ਬਚਨ ਅਸੀਂ ਅਰਦਾਸ ਤੋਂ ਬਾਅਦ ਵਿੱਚ ਪੜ੍ਹਦੇ ਹਾਂ, ਜਿਹੜੇ ਜ਼ਿਆਦਾ ਪ੍ਰਚਲਿਤ ਨੇ, ਉਹ ਇਹ ਨੇ ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਂ ਲੇ। ਸੋ ਸਤਿਗੁਰੂ ਕਿਰਪਾ ਕਰਨ। 10 ਗੁਰੂ ਸਾਹਿਬਾਨਾਂ ਨੇ ਆਪ ਗੁਰਬਾਣੀ ਦੀ ਮਹਿਮਾ ਸਾਡੇ ਸਾਹਮਣੇ ਪ੍ਰਗਟ ਕੀਤੀ, ਗੁਰਬਾਣੀ ਨੂੰ ਸਤਿਕਾਰਿਆ, ਸਿੰਘਾਸਣ ਤੇ ਬਿਠਾਇਆ, ਪ੍ਰਕਾਸ਼ ਕੀਤਾ, ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਤੇ ਸਾਨੂੰ ਹੁਕਮ ਕੀਤਾ ਕਿ ਸਿੱਖ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰੇ ਤੇ ਨਾਲ ਹੀ ਗੁਰਬਾਣੀ ਦਾ ਸਤਿਕਾਰ ਕਰੇ, ਗੁਰਬਾਣੀ ਨੂੰ ਪਿਆਰ ਕਰੇ ਤੇ ਗੁਰ ਸ਼ਬਦ ਗੁਰਬਾਣੀ ਦੀ ਮਹਿਮਾ ਜਿਵੇਂ ਗੁਰੂ ਸਾਹਿਬ ਨੇ ਦ੍ਰਿੜ ਕਰਾਈ ਹੈ, ਅਸੀਂ ਵੀ ਆਪਣੇ ਹਿਰਦਿਆਂ ਵਿੱਚ ਦ੍ਰਿੜ ਕਰੀਏ
ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਹਰ ਸਿੱਖ ਕਰੇ, ਸਹਿਜ ਪਾਠ ਕਰੇ। ਔਰ ਹਰ ਸਿੱਖ ਘੱਟ ਤੋਂ ਘੱਟ ਸਵੇਰੇ ਜਪਜੀ ਸਾਹਿਬ ਦਾ ਪਾਠ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰੇ। ਔਰ ਉਸ ਤੋਂ ਅੱਗੇ ਇਹ ਤਾਂ ਸ਼ੁਰੂਆਤ ਹੈ, ਨਿਤਨੇਮ ਦੀਆਂ ਬਾਣੀਆਂ ਦਾ ਪਾਠ, ਸਹਿਜ ਪਾਠ ਸਿੱਖ ਆਪ ਕਰੇ। ਜੇ ਆਪ ਨਹੀਂ ਕਰ ਸਕਦਾ ਤੇ ਅੱਜ ਮੀਡੀਆ ਦਾ ਯੁੱਗ ਹੈ, ਪੰਕਤੀ ਜਿਹੜੀ ਪੜ੍ਹੀ ਜਾਂਦੀ ਉਹ ਨਾਲ ਸਕਰੀਨ ਤੇ ਡਿਸਪਲੇ ਹੋ ਰਹੀ ਹੁੰਦੀ ਹੈ। ਅਸੀਂ ਐਵੇਂ ਵੀ ਪਾਠ ਕਰ ਸਕਦੇ ਹਾਂ, ਪਾਠ ਸੁਣ ਸਕਦੇ ਹਾਂ ਔਰ ਆਪਣੇ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਆਪਣੀ ਸਾਂਝ ਹਮੇਸ਼ਾ ਲਈ ਬਣਾ ਕੇ ਰੱਖ ਸਕਦੇ ਹਾਂ। ਗੁਰੂ ਕਿਰਪਾ ਕਰੇ 10 ਪਾਤਸ਼ਾਹੀਆਂ ਦੀ ਬਾਣੀ ਤੇ ਉਹਨਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸੰਖੇਪ ਸ਼ਬਦਾਂ ਵਿੱਚ ਛੋਟੇ ਛੋਟੇ ਕਲਿੱਪ 15 ਤੋਂ 20 ਮਿੰਟ ਦੇ ਦਾਸ ਨੇ ਗੁਰਬਾਣੀ ਗੁਰਸ਼ਬਦ ਦੀ ਮਹਿਮਾ ਦੇ ਬਾਬਤ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ। ਜਿੱਥੇ ਗੁਰੂ ਕੇ ਬਚਨਾਂ ਨੂੰ ਆਪ ਸੁਣਨਾ, ਉੱਥੇ ਨਾਲ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਇਹ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਵੀ ਯਤਨ ਕਰਨਾ, ਤਾਂ ਜੋ ਗੁਰੂ ਕੀ ਬਾਣੀ ਦਾ ਸੱਚ, ਗੁਰੂ ਕੀ ਬਾਣੀ ਦਾ ਪ੍ਰਕਾਸ਼ ਜਿਹੜਾ ਹੈ ਉਹ ਸਾਰੇ ਸੰਸਾਰ ਵਿੱਚ ਫੈਲ ਸਕੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।